ਗੁਰਬਾਣੀ ਵਿਆਕਰਣ ਕਲਾਸ ਦੇ ਸਾਰੇ ਹੀ ਗੁਰਮੁਖ ਵਿਦਿਆਰਥੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਊਥ ਹਾਲ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰਬਾਣੀ ਵਿਆਕਰਣ ਕੋਰਸ ਦੀ ਇੱਕ ਕਲਾਸ ਆਰੰਭ ਕੀਤੀ ਗਈ ਹੈ, ਜਿਹਨੂੰ ਲਗਭਗ 2.5 ਸਾਲ ਹੋ ਚੱਲੇ ਨੇ। ਹੁਣ ਅਸੀਂ ਇਹਦੇ ਵਿੱਚ ਰਾਮਕਲੀ ਕੀ ਵਾਰ, ਰਾਏ ਬਲਵੰਡ ਤਥਾ ਸੱਤਿਆ ਡੂਮ ਆਖੀ, ਭਾਵ ਭਾਈ ਬਲਵੰਡ ਜੀ ਤੇ ਭਾਈ ਸੱਤਾ ਜੀ ਦੇ ਮੁਖਾਰਬਿਨ ਤੋਂ ਆਖੀ ਹੋਈ ਜਿਹੜੀ ਰਾਮਕਲੀ ਕੀ ਵਾਰ ਹੈ, ਉਹਦੀ ਸੰਥਿਆ ਤੇ ਵਿਚਾਰ ਸ਼ੁਰੂ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਇਹਦੇ ਬਾਰੇ ਵਾਰ ਨਾਲ ਸੰਬੰਧਿਤ ਵਿਚਾਰਾਂ ਸਾਂਝੀਆਂ ਕਰ ਲਵਾਂ। ਪੰਜਾਬੀ ਦੇ ਲਿਟਰੇਚਰ ਦੇ ਵਿੱਚ ਵਾਰ ਉਸ ਕਵਿਤਾ ਨੂੰ ਕਹੀਦਾ ਹੈ ਜਿਹਦੇ ਵਿੱਚ ਕਿਸੇ ਸੂਰਮੇ ਦੇ ਮੈਦਾਨੇ ਜੰਗ ਵਿੱਚ ਦਿਖਾਏ ਹੋਏ ਕਰਤੱਵਾਂ ਦਾ ਤੇ ਸੂਰਮਤਾਈ ਦਾ ਜ਼ਿਕਰ ਹੋਵੇ। ਵਾਰ ਵਿੱਚ ਕਿਸੇ ਮਨੁੱਖ ਦਾ ਸਾਰਾ ਜੀਵਨ ਨਹੀਂ ਹੁੰਦਾ, ਸਿਰਫ ਉਹਦੀ ਬਹਾਦਰੀ ਦੀ ਇੱਕ ਘਟਨਾ ਦਾ ਜ਼ਿਕਰ ਕੀਤਾ ਜਾਂਦਾ ਹੈ। ਪੰਜਾਬ ਦੀ ਧਰਤੀ ਤੇ ਇਹੋ ਜਿਹੀਆਂ ਬਹੁਤ ਸਾਰੀਆਂ ਜੰਗਾਂ ਯੁੱਧਾਂ ਵਾਲੀਆਂ ਵਾਰਾਂ ਪ੍ਰਸਿੱਧ ਸਨ, ਪਰ ਗੁਰੂ ਨਾਨਕ ਸਾਹਿਬ ਜੀ ਨੇ ਜੰਗਾਂ ਯੁੱਧਾਂ ਵਿੱਚ ਹੁੰਦੀ ਇਨਸਾਨੀ ਕੱਟ ਵੱਢ ਸੁਣਨ ਦੀ ਲੋਕਾਂ ਦੀ ਸਰੂਚੀ ਨੂੰ ਬਦਲਿਆ। ਇਸ ਰੁਚੀ ਨੂੰ ਬਦਲ ਕੇ ਵਾਰਾਂ ਵਿੱਚ ਪ੍ਰਭੂ ਦਾ ਪਿਆਰ ਤੇ ਪ੍ਰਭੂ ਦੀ ਇਸ ਕੁਦਰਤ ਦੇ ਵਿੱਚ ਵਸਦੇ ਹੋਏ ਜੀਵਾਂ ਦਾ, ਖਲਕਤ ਦਾ ਪਿਆਰ ਉਹ ਪ੍ਰਗਟ ਕੀਤਾ। ਗੁਰੂ ਨਾਨਕ ਸਾਹਿਬ ਤੋਂ ਵਾਰ ਦੀ ਇੱਕ ਨਵੀਂ ਰੀਤ ਸ਼ੁਰੂ ਹੋ ਗਈ ਕਿ ਵਾਰ ਵਿੱਚ ਸਿਰਫ ਜੰਗਾਂ ਯੁੱਧਾਂ ਹੀ ਨਹੀਂ ਹੋ ਸਕਦੀਆਂ, ਬਲਕਿ ਇਸ ਵਾਰ ਦੀ ਜਿਹੜੀ ਸੁਣਨ ਦੀ ਲੋਕਾਂ ਦੀ ਰੁਚੀ ਹੈ, ਇਹਦੇ ਵਿੱਚ ਰੱਬੀ ਪਿਆਰ ਵੀ ਪ੍ਰਗਟ ਕੀਤਾ ਜਾ ਸਕਦਾ ਹੈ। ਕੁਦਰਤ ਤੇ ਕਾਦਰ ਦਾ, ਸੰਸਾਰ ਵਿੱਚ ਵਸਦੇ ਜੀਵਾਂ ਦਾ ਪਿਆਰ ਵੀ ਪ੍ਰਗਟ ਕੀਤਾ ਜਾ ਸਕਦਾ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂਆਤ ਕੀਤੀ ਸੀ, ਜਿਵੇਂ ਮਾਝ ਰਾਗ ਦੇ ਵਿੱਚ, ਆਸਾ ਰਾਗ ਵਿੱਚ, ਮਲਾਰ ਰਾਗ ਵਿੱਚ ਗੁਰੂ ਨਾਨਕ ਸਾਹਿਬ ਨੇ ਵਾਰਾਂ ਰਚੀਆਂ, ਬਾਕੀ ਗੁਰੂ ਸਾਹਿਬਾਨਾਂ ਨੇ ਵੀ ਵਾਰਾਂ ਰਚੀਆਂ। ਹਰ ਵਾਰ ਦਾ ਇੱਕ ਮਨੋਰਥ ਹੁੰਦਾ ਵੈ। ਜਿਵੇਂ ਸ੍ਰੀ ਰਾਗ ਕੀ ਜਿਹੜੀ ਵਾਰ ਹੈ, ਉਹਦਾ ਮਨੋਰਥ ਮਨੁੱਖਾ ਜੀਵਨ ਦਾ ਹੈ ਕਿ ਮਨੁੱਖਾ ਜੀਵਨ ਵਿੱਚ ਮਨੁੱਖ ਕੀ ਕਰੇ। ਜਿਹੜੀ ਅਸੀਂ ਆਸਾ ਕੀ ਵਾਰ ਗਾਉਂਦੇ ਹਾਂ, ਪੜ੍ਹਦੇ ਸੁਣਦੇ ਹਾਂ, ਇਹਦਾ ਵੀ ਵਿਸ਼ਾ ਮਨੁੱਖਾ ਜੀਵਨ ਦਾ ਮਨੋਰਥ ਹੈ। ਮਾਝ ਕੀ ਵਾਰ ਜਿਹੜੀ ਹੈ, ਉਹ ਜਗਤ ਦੀ ਮੋਹ ਮਮਤਾ ਕਈ ਤਰੀਕਿਆਂ ਦੀ ਹੈ, ਉਸ ਸੰਬੰਧੀ ਜ਼ਿਕਰ ਹੈ। ਗੌੜੀ ਕੀ ਵਾਰ ਵਿੱਚ ਗੁਰੂ ਦੀ ਸ਼ਰਨ ਵਿੱਚ ਆਉਣ ਦਾ ਜ਼ਿਕਰ ਹੈ। ਔਰ ਗੌੜੀ ਕੀ ਵਾਰ ਗੁਰੂ ਰਾਮਦਾਸ ਪਾਤਸ਼ਾਹ ਦੇ ਵਿੱਚ ਦੀ ਜਿਹੜੀ ਹੈ, ਉਹਦੇ ਚ ਸਤਿਗੁਰੂ ਦੀ ਸ਼ਰਨ ਦਾ ਜ਼ਿਕਰ ਹੈ, ਤੇ ਪੰਚਮ ਪਾਤਸ਼ਾਹ ਦੀ ਜਿਹੜੀ ਵਾਰ ਹੈ, ਉਹ ਚ ਸਾਧ ਸੰਗਤ ਦਾ ਜ਼ਿਕਰ ਹੈ। ਗੁਜਰੀ ਕੀ ਵਾਰ ਗੁਰੂ ਅਮਰਦਾਸ ਸਾਹਿਬ ਜੀ ਦੀ, ਉਹਦੇ ਚ ਮਾਇਆ ਦਾ ਕੀ ਪ੍ਰਭਾਵ ਸਾਡੇ ਤੇ ਪੈਂਦਾ ਹੈ, ਉਹਦਾ ਜ਼ਿਕਰ ਹੈ। ਗੁਜਰੀ ਕੀ ਵਾਰ ਵਿੱਚ ਪੰਚਮ ਪਾਤਸ਼ਾਹ ਦੀ ਜਿਹੜੀ ਵਾਰ ਹੈ, ਗੁਜਰੀ ਕੀ ਵਾਰ, ਉਹਦੇ ਚ ਜਗਤ ਦੇ ਜਿਹੜੇ ਵਿਕਾਰ ਨੇ ਉਹਨਾਂ ਦਾ ਜ਼ਿਕਰ ਹੈ। ਬਿਆਗੜੀ ਕੀ ਵਾਰ ਗੁਰੂ ਰਾਮਦਾਸ ਸਾਹਿਬ ਜੀ ਦੀ, ਉਹਦੇ ਚ ਪ੍ਰਭੂ ਦੀ ਸਿਫਤ ਸਲਾਹ ਦਾ ਜ਼ਿਕਰ ਹੈ। ਗੱਲ ਕੀ, ਹਰ ਵਾਰ ਦਾ ਆਪਣਾ ਇੱਕ ਸਬਜੈਕਟ ਹੁੰਦਾ ਵੈ। ਜਿਹੜੀ ਰਾਮਕਲੀ ਕੀ ਵਾਰ ਹੈ, ਇਹਦਾ ਸਬਜੈਕਟ ਜਿਹੜਾ ਇਹ ਭਾਈ ਬਲਵੰਡ ਜੀ ਤੇ ਭਾਈ ਸੱਤਾ ਜੀ ਨੇ, ਜਿਹੜੇ ਰਬਾਬੀ ਹੋਏ ਨੇ ਗੁਰੂ ਕੇ, ਇਹਨਾਂ ਨੇ ਸਤਿਗੁਰਾਂ ਦੀ ਸਿਫਤ ਗਾਈ, ਉਹਨਾਂ ਦੇ ਗੁਣਾਂ ਨੂੰ ਪ੍ਰਗਟ ਕੀਤਾ, ਉਹਨਾਂ ਦੇ ਜੀਵਨ ਬਾਰੇ ਪ੍ਰਗਟ ਕੀਤਾ, ਭਾਵ ਇਤਿਹਾਸਕ ਤੌਰ ਤੇ ਵੀ ਅਤੇ ਗੁਰੂ ਸਾਹਿਬਾਨਾਂ ਦੇ ਗੁਣਾਂ ਦੇ ਤੌਰ ਤੇ ਵੀ ਇਹ ਵਾਰ ਬੜੀ ਜ਼ਿਆਦਾ ਸਾਡੇ ਲਈ ਲਾਭਦਾਇਕ ਹੈ, ਜਿਹਦੇ ਵਿੱਚੋਂ ਸਾਨੂੰ ਬਹੁਤ ਗਿਆਨ ਮਿਲਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁੱਲ 22 ਵਾਰਾਂ ਨੇ। 22 ਵਾਰਾਂ ਦੇ ਵਿੱਚੋਂ ਜਿਹੜੀਆਂ 20 ਵਾਰਾਂ ਨੇ, ਉਹਨਾਂ ਵਾਰਾਂ ਦੇ ਭਾਵਾਂ ਨਾਲ ਰਲਦੇ ਮਿਲਦੇ ਸ਼ਲੋਕ ਵੀ ਦਰਜ ਨੇ। ਮੈਂ ਇੱਥੇ ਗੱਲ ਹੋਰ ਸਪਸ਼ਟ ਕਰ ਦਿਆਂ ਕਿ ਵਾਰ ਕਹਿੰਦੇ ਨੇ ਪੌੜੀਆਂ ਦੇ ਸੰਗ੍ਰਹਿ ਨੂੰ। ਜਿੱਥੇ ਇੱਕ ਤੋਂ ਜ਼ਿਆਦਾ ਪੌੜੀਆਂ ਹੋਣ, ਉਹਨੂੰ ਕਹਿੰਦੇ ਨੇ ਵਾਰ। ਜਿਵੇਂ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹਦੇ ਹਾਂ, ਉਹ ਵਾਰਾਂ ਕੀ ਨੇ? ਪੌੜੀਆਂ ਨੇ ਸਿਰਫ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁੱਲ 22 ਵਾਰਾਂ ਨੇ। 22 ਵਾਰਾਂ ਦੇ ਵਿੱਚੋਂ 2 ਨਿਰੋਲ ਵਾਰਾਂ ਨੇ। ਜਿਵੇਂ ਰਾਮਕਲੀ ਕੀ ਵਾਰ ਸੱਤਾ ਬਲਵੰਡ ਜੀ ਦੀ ਜਿਹੜੀ ਉਚਾਰਨ ਕੀਤੀ ਆਖੀ ਹੋਈ ਹੈ, ਉਹਦੇ ਵਿੱਚ ਸਿਰਫ 8 ਪੌੜੀਆਂ ਨੇ। ਇਹ ਮੂਲ ਰਚਨਾ ਵਾਰ ਦੀ ਪੌੜੀਆਂ ਦਾ ਸੰਗ੍ਰਹਿ ਹੁੰਦੀ ਹੈ। ਇਸੇ ਤਰ੍ਹਾਂ ਬਸੰਤ ਰਾਗ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਵਾਰ ਸਿਰਫ 3 ਪੌੜੀਆਂ ਨੇ। ਵਾਰ ਦਾ ਮੂਲ ਸਰੂਪ ਜਿਹੜਾ ਪੌੜੀਆਂ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ, ਉਦੋਂ ਬਹੁਤ ਸਾਰੇ ਵੱਖ-ਵੱਖ ਗੁਰੂ ਸਾਹਿਬਾਨਾਂ ਦੇ ਸਲੋਕਾਂ ਨੂੰ, ਪੌੜੀਆਂ ਦੇ ਭਾਵਾਂ ਦੇ ਨਾਲ ਰਲਦੇ ਮਿਲਦੇ ਸਲੋਕਾਂ ਨੂੰ ਪੌੜੀਆਂ ਦੇ ਨਾਲ ਦਰਜ ਕਰਕੇ ਬਕਾਇਦਾ ਕਈ ਥਾਵਾਂ ਦੇ ਉੱਪਰ ਸਿਰਲੇਖ ਦੇ ਦਿੱਤਾ ਕਿ ਵਾਰ ਸਲੋਕਾਂ ਨਾਲ, ਭਾਵ ਹੈ ਇਹ ਵਾਰ ਹੈ, ਪੌੜੀਆਂ ਨੇ ਸਲੋਕਾਂ ਨਾਲ, ਪਰ ਇਹਨਾਂ ਦੇ ਨਾਲ ਸਲੋਕ ਵੀ ਹਨ। 20 ਵਾਰਾਂ ਦੀਆਂ ਪੌੜੀਆਂ ਦੇ ਭਾਵਾਂ ਨਾਲ ਰਲਦੇ ਮਿਲਦੇ ਵੱਖ-ਵੱਖ ਗੁਰੂ ਸਾਹਿਬਾਨਾਂ ਦੇ ਸਲੋਕ ਦਰਜ ਨੇ, ਤੇ 2 ਨਿਰੋਲ ਵਾਰਾਂ ਨੇ। ਰਾਮਕਲੀ ਰਾਗ ਵਿੱਚ ਭਾਈ ਬਲਵੰਡ ਤੇ ਸੱਤਾ ਜੀ ਦੀ ਆਖੀ ਹੋਈ ਵਾਰ, ਤੇ ਦੂਸਰਾ ਬਸੰਤ ਰਾਗ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਆਖੀ ਹੋਈ ਵਾਰ, ਸਿਰਫ 3 ਪੌੜੀਆਂ ਨੇ।
ਵਾਰ ਦਾ ਸਰੂਪ ਹੁੰਦਾ ਪੌੜੀਆਂ। ਇਸ ਕਰਕੇ ਜਦੋਂ ਅਸੀਂ ਕਹਿੰਦੇ ਆ ਸੋਰਠ ਕੀ ਵਾਰ ਜਿਹੜੀ ਗੁਰੂ ਰਾਮਦਾਸ ਪਾਤਸ਼ਾਹ ਦੀ ਹੈ, ਪਰ ਉਹਦੇ ਵਿੱਚ ਸ਼ਬਦ ਜਿਹੜੇ ਵੱਖ-ਵੱਖ ਗੁਰੂ ਸਾਹਿਬਾਨਾਂ ਦੇ ਸ਼ਲੋਕ ਆਉਂਦੇ ਨੇ। ਜੇ ਸ਼ਲੋਕ ਤੀਸਰੇ ਪਾਤਸ਼ਾਹ ਦਾ ਸ਼ੁਰੂ ਹੋ ਰਿਹਾ ਹੈ, ਸ਼ਲੋਕ ਮਹਿਲਾ ਤੀਜਾ, ਮਾਇਆ ਮਮਤਾ ਮੋਹਣੀ, ਤੇ ਇਹਦਾ ਮਤਲਬ ਇਹ ਨਹੀਂ ਕਿ ਸ਼ਬਦ ਅਸੀਂ ਗੁਰੂ ਅਮਰਦਾਸ ਸਾਹਿਬ ਦਾ ਕਵਾਂਗੇ, ਸ਼ਬਦ ਕਵਾਂਗੇ ਗੁਰੂ ਰਾਮਦਾਸ ਸਾਹਿਬ ਜੀ ਦਾ, ਪੌੜੀ ਗੁਰੂ ਰਾਮਦਾਸ ਸਾਹਿਬ ਜੀ ਦੀ ਹੈ, ਪਰ ਨਾਲ ਰਲਦੇ ਮਿਲਦੇ ਸ਼ਲੋਕ ਜਿਹੜੇ ਉਹ ਗੁਰੂ ਅਮਰਦਾਸ ਸਾਹਿਬ ਜੀ ਦੇ ਨੇ। ਜਿਸ ਗੁਰੂ ਸਾਹਿਬ ਦੀ ਵਾਰ ਹੁੰਦੀ ਹੈ, ਸ਼ਬਦ ਉਸ ਗੁਰੂ ਸਾਹਿਬ ਦਾ ਮੰਨਿਆ ਜਾਂਦਾ ਹੈ, ਕਿਉਂਕਿ ਮੂਲ ਸਰੂਪ ਜਿਹੜਾ ਵਾਰ ਦਾ ਉਹ ਪੌੜੀ ਹੈ, ਭਾਵ ਉਸ ਗੁਰੂ ਸਾਹਿਬ ਦਾ ਸ਼ਬਦ ਹੈ ਪੌੜੀ, ਉਹਦੇ ਨਾਲ ਰਲਦੇ ਮਿਲਦੇ ਸ਼ਲੋਕ ਜਿਹੜੇ ਨੇ ਵੱਖ-ਵੱਖ ਗੁਰੂ ਸਾਹਿਬਾਨਾਂ ਦੇ ਹੁੰਦੇ ਹਨ। ਇਹ ਵਾਰ ਦਾ ਸਰੂਪ ਹੈ, ਜਿਹਦੀ ਅਸੀਂ ਸੰਥਿਆ ਤੇ ਵਿਚਾਰ ਹੁਣ ਜਲਦੀ ਹੀ ਸ਼ੁਰੂ ਕਰ ਦਿਆਂਗੇ ਜੀ। ਔਰ ਜਿੰਨਾ ਸੋਚਦਾ ਸਾਂ ਕਿ ਬੜਾ ਸੌਖਾ ਇਹ ਕਾਰਜ ਹੈ, ਪਰ ਉਨਾ ਹੀ ਜ਼ਿਆਦਾ ਇਹ ਮੁਸ਼ਕਲ ਪ੍ਰਤੀਤ ਹੋ ਰਿਹਾ ਹੈ। ਕੁਝ ਬਾਣੀਆਂ ਦੀ ਸੰਥਿਆ ਤੇ ਵਿਆਖਿਆ ਕਰਨੀ ਮੁਸ਼ਕਲ ਹੁੰਦੀ ਹੈ, ਤੇ ਕੁਝ ਬਾਣੀਆਂ ਦੀ ਸੰਥਿਆ ਤੇ ਵਿਆਖਿਆ ਹੋਰ ਜ਼ਿਆਦਾ ਮੁਸ਼ਕਲ। ਜਿੰਨਾ ਸੌਖਾ ਕਾਰਜ ਪ੍ਰਤੀਤ ਹੋ ਰਿਹਾ, ਉਸ ਤੋਂ ਵੀ ਜ਼ਿਆਦਾ ਮੁਸ਼ਕਲ ਕਾਰਜ ਹੈ, ਜਿਹਦੀ ਅਸੀਂ ਵਿਚਾਰ ਆਰੰਭ ਕਰ ਰਹੇ ਹਾਂ। ਇਸ ਪੂਰੀ ਵਿਚਾਰ ਦੇ ਦਰਮਿਆਨ ਜੇ ਕਿਸੇ ਦਾ ਕੋਈ ਸਵਾਲ ਹੋਵੇ ਸ਼ੁੱਧ ਉਚਾਰਨ ਪ੍ਰਤੀ, ਵਿਆਕਰਨਾਂ ਦੇ ਵਿਕਰਨਿਕ ਸ਼ਬਦਾਂ ਦੇ ਪ੍ਰਤੀ ਜਾਂ ਅਰਥਾਂ ਦੇ ਪ੍ਰਤੀ, ਤੇ ਉਹ ਆਪ ਜੀ ਜ਼ਰੂਰ ਸਵਾਲ ਰੱਖਣਾ, ਆਪਣੀ ਵਿਚਾਰ ਵੀ ਜ਼ਰੂਰ ਦੇਣਾ। ਆਪ ਜੀ ਦੇ ਕੀਮਤੀ ਵਿਚਾਰਾਂ ਤੋਂ ਹੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇਸ ਪੂਰੀ ਵਾਰ ਦੀ ਸੰਥਿਆ ਤੇ ਵਿਆਖਿਆ ਦੇ ਦਰਮਿਆਨ ਅਸੀਂ ਸਵਾਲ ਜਵਾਬ ਵੀ ਕਰਾਂਗੇ, ਨਾਲ ਜਾਣਾਂਗੇ, ਵਿਆਕਰਨ ਨੂੰ ਵੀ ਜਾਣਾਂਗੇ, ਵਿਆਕਰਨਿਕ ਪੱਖ ਤੋਂ ਵੀ ਇਹਦੀ ਬਿਲਕੁਲ ਅਸੀਂ ਵਿਚਾਰ ਕਰਾਂਗੇ ਜੀ। ਅਸੀਸ ਬਖਸ਼ਣਾ ਕਿ ਇਹ ਸਾਰੀ ਵਿਆਖਿਆ ਸੰਪੂਰਨ ਹੋ ਸਕੇ ਜੀ। ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ, ਇੱਕ ਓੰਕਾਰ ਸਤ ਗੁਰ ਪ੍ਰਸਾਦ। ਰਾਮਕਲੀ ਕੀ ਵਾਰ ਇੱਥੇ ਰੁਕਣਾ ਹੈਗਾ, ਵਿਸਰਾਮ ਦੇਣਾ। ਰਾਏ ਬਲਵੰਡ ਤਥਾ ਸਤੈ ਡੂਮ ਆਖੀ, ਇੱਥੇ ਵੀ ਫਿਰ ਰੁਕਣਾ ਹੈਗਾ। ਇੱਕ ਓੰਕਾਰ ਸਤ ਗੁਰ ਪ੍ਰਸਾਦ, ਇਹਦਾ ਉਚਾਰਨ ਦੇਖ ਲਓ ਜੀ। ਇਹਨੂੰ ਇੱਕੋ ਨਹੀਂ ਬੋਲਣਾ, ਅੰਕਾਂ ਵਾਲਾ ਇੱਕ ਬੋਲਣਾ ਹੈ ਬਸ। ਜਿਹੜਾ ਏਕਾ ਲੱਗਿਆ ਇਹ ਗੁਰਮੁਖੀ ਲਿਪੀ ਦਾ ਇੱਕ ਹੈ। ਇੱਕ ਓੰਕਾਰ, ਜਦੋਂ ਊੜੇ ਦਾ ਮੂੰਹ ਖੁੱਲਾ ਹੋਵੇ ਤੇ ਸਮਝ ਲਓ ਊੜੇ ਨੂੰ ਹਾਹਾ ਲੱਗਿਆ ਹੋਇਆ, ਤੇ ਉਹਦਾ ਨਾਸਕੀ ਉਚਾਰਨ ਹੋਏਗਾ ਓਮ। ਜਿਹੜੀ ਉੱਪਰ ਲਾਈਨ ਖਿੱਚੀ ਹੈ ਉਹ ਹੈ ਕਾਰ। ਇੱਕ ਓੰਕਾਰ ਸਤ ਗੁਰ ਪ੍ਰਸਾਦ, ਇਹਨੂੰ ਪ੍ਰਸਾਦ ਨਹੀਂ ਬੋਲਣਾ, ਇਹਨੂੰ ਪ੍ਰਸਾਦ ਸੱਸੇ ਦੇ ਨਾਲ ਬੋਲਣਾ ਹੈ। ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਖੀਮਦੈ। ਨਾਉ ਬਿੰਦੀ ਨਾਲ ਉਚਾਰਨ ਹੋਏਗਾ, ਨਾਉ ਨਹੀਂ ਬੋਲਣਾ, ਨਾਉ। ਇਸੇ ਤਰ੍ਹਾਂ ਕਿਉਂ ਬਿੰਦੀ ਨਾਲ ਉਚਾਰਨ ਹੋਏਗਾ, ਜੋ ਖੀਮਦੈ ਖੱਖੇ ਦੇ ਬਿਹਾਰੀ ਤੇ ਨਾਲ ਬਿੰਦੀ, ਜੋ ਖੀਮਦੈ ਤੇ ਦੱਦੇ ਨੂੰ ਦਲਾਵਾਂ ਦੈ ਬੋਲਿਆ ਜਾਏਗਾ, ਤੇ ਕਰੇ ਦੇ ਉੱਪਰ ਇਹਦਾ ਵਿਸਰਾਮ ਹੈਗਾ। ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਖੀਮਦੈ, ਹੋਵੇ ਦੀ ਬਜਾਏ ਹੋਵੈ, ਜੋ ਖੀਮਦੈ ਦੱਦੇ ਨੂੰ ਦਲਾਵਾਂ ਖੱਖੇ ਨੂੰ ਬਿਹਾਰੀ ਨਾਲ ਬਿੰਦੀ ਲੱਗੇਗੀ, ਜੋ ਖੀਮਦੈ। ਦੇ ਗੁਨਾ ਸਤ ਭੈਣ ਭਰਾਵ ਹੈ, ਪਾਰੰਗਤ ਦਾਨ ਪੜੀਵਦੈ। ਇੱਥੇ ਦੇ ਗੁਨਾ ਕਹਿਣਾ ਹੈ, ਦੇ ਅਲੱਗ ਸ਼ਬਦ ਹੈ, ਗੁਨਾ ਅਲੱਗ ਸ਼ਬਦ ਹੈ, ਇਹਨੂੰ ਗੁਣਾ ਨਹੀਂ ਬੋਲਣਾ, ਗੁਨਾ। ਦੇ ਗੁਨਾ ਸਤ ਭੈਣ ਭਰਾਵ ਹੈ, ਸਤ ਤੇ ਹਲਕਾ ਜਿਹਾ ਰੁਕਣਾ ਹੈਗਾ। ਭਰਾਵ ਹੈ ਜਿਹੜਾ ਬਿੰਦੀ ਨਾਲ ਉਚਾਰਨ ਹੋਏਗਾ। ਸਤ ਭੈਣ ਭਰਾਵ ਹੈ, ਤੇ ਹੈ ਤੋਂ ਬਾਅਦ ਰੁਕਣਾ ਹੈਗਾ। ਪਾਰੰਗਤ ਦਾਨ ਪੜੀਵਦੈ, ਹਾਂਜੀ ਇਹਨੂੰ ਪੜੀਵਦੈ ਨਹੀਂ ਬੋਲਣਾ, ਇੱਥੇ ਪੜਨ ਦੀ ਗੱਲ ਨਹੀਂ ਹੈ, ਇੱਥੇ ਪੜਨ ਦੇ ਮੈਨੇ ਪੈਣ ਦੀ ਗੱਲ ਹੈ। ਪੜੀਵਦੈ ਤੇ ਦੱਦੇ ਨੂੰ ਦਲਾਵਾਂ ਪੜੀਵਦੈ। ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਮ ਦੈ। ਨਾਨਕ ਰਾਜ ਚਲਾਇਆ, ਚਲਾਇਆ ਤੇ ਰੁਕਣਾ, ਇੱਥੇ ਨਾਨਕ ਤੇ ਨਹੀਂ ਰੁਕਣਾ, ਕਿਉਂਕਿ ਨਾਨਕ ਸੰਬੋਧਨ ਨਹੀਂ ਹੈਗਾ। ਇੱਥੇ ਹੈ ਨਾਨਕ ਨਹੀਂ ਹੈ, ਇੱਥੇ ਨਾਨਕ ਨੇ, ਕੱਕੇ ਨੂੰ ਸਾਰੀ ਲੱਗ ਗਈ, ਮੈਨੇ ਨਾਨਕ ਨੇ। ਨਾਨਕ ਰਾਜ ਚਲਾਇਆ, ਚਲਾਇਆ ਤੋਂ ਬਾਅਦ ਰੁਕਣਾ ਹੈਗਾ, ਵਿਸਰਾਮ ਹੈ। ਸੱਚ ਕੋਟ ਸਤਾਣੀ ਨੀਮ ਦੈ, ਇੱਥੇ ਨੀਮ ਬਿੰਦੀ ਨਾਲ ਉਚਾਰਨ ਹੋਏਗਾ, ਨੰਨੇ ਦੀ ਬਿਹਾਰੀ ਦੇ ਨਾਲ ਬਿੰਦੀ ਹੋਏਗੀ, ਤੇ ਦੇ ਦੀ ਬਜਾਏ ਦੈ, ਨੀਮ ਦੈ। ਨੀਮ ਅਲੱਗ ਸ਼ਬਦ ਹੈ, ਦੈ ਅਲੱਗ ਸ਼ਬਦ ਹੈ। ਨੀਮ ਦੈ ਇਕੱਠਾ ਨਹੀਂ ਪੜਨਾ, ਨੀਮ ਦੈ, ਦੈ ਮੈਨੇ ਦੇ ਕੇ, ਨੀ ਦੇ ਕੇ।
ਤਾਕਤ ਵਾਲੀ ਨੀਂਹ ਦੇ ਕੇ, ਬਲ ਵਾਲੀ ਨੀਂਹ ਦੇ ਕੇ। ਲਹਿਣੇ ਧਰਿਓਨ ਛੱਤ ਸਿਰ, ਕਰ ਸਿਫਤੀ ਅੰਮ੍ਰਿਤ ਪੀਮਦੈ। ਲਹਿਣੇ ਧਰਿਓਨ ਬੋਲਣਾ, ਇੱਥੇ ਧਰਿਓਨ ਨਹੀਂ, ਧਰਿਓਨ ਔਂਕੜ ਬੋਲਾਂਗੇ ਤੇ ਘੱਟ ਟਾਈਮ ਲੱਗੇਗਾ। ਧਰਿਓਨ, ਧਰਿਓਨ ਬੋਲਾਂਗੇ ਹੋੜੇ ਨਾਲ ਤੇ ਜ਼ਿਆਦਾ ਟਾਈਮ ਲੱਗੇਗਾ। ਔਂਕੜ ਦੀ ਮਾਤਰਾ ਇੱਕ ਹੁੰਦੀ ਹੈ, ਹੋੜੇ ਦੀਆਂ ਦੋ ਹੁੰਦੀਆਂ ਨੇ। ਊੜਾ ਦਾ ਜਦੋਂ ਮੂੰਹ ਖੁੱਲਾ ਹੋਵੇ ਉਦੋਂ ਸਮਝ ਲਓ ਊੜੇ ਨੂੰ ਹੋੜਾ ਲੱਗਿਆ ਹੋਇਆ। ਧਰਿਓਨ ਕਵਾਂਗੇ ਘੱਟ ਟਾਈਮ ਲੱਗੇਗਾ, ਧਰਿਓਨ ਕਵਾਂਗੇ ਤੇ ਜ਼ਿਆਦਾ ਟਾਈਮ ਲੱਗੇਗਾ। ਧਰਿਓਨ ਹੋੜਾ ਉਚਾਰਨ ਹੋਏਗਾ। ਲਹਿਣੇ ਧਰਿਓਨ ਛੱਤ ਸਿਰ, ਸਿਰ ਤੇ ਰੁਕਣਾ ਹੈਗਾ। ਕਰ ਸਿਫਤੀ ਅੰਮ੍ਰਿਤ ਪੀਮਦੈ। ਇਹਨੂੰ ਅੰਮ੍ਰਿਤ ਨਹੀਂ ਬੋਲਣਾ, ਇਹਨੂੰ ਅੰਮ੍ਰਿਤ ਬੋਲਣਾ ਹੈ। ਜਿਹੜਾ ਮੰਮੇ ਦੇ ਪੈਰ ਚਰਾਰਾ ਹੈ, ਸਿਹਾਰੀ ਉਸ ਰਾਰੇ ਨੂੰ ਉਚਾਰਨ ਹੋਏਗੀ। ਅੰਮ੍ਰਿਤ, ਅੰਮ੍ਰਿਤ। ਕਰ ਸਿਫਤੀ ਅੰਮ੍ਰਿਤ। ਜਿਹੜਾ ਪੈਰ ਵਿੱਚ ਅੱਖਰ ਹੁੰਦਾ ਹੈ, ਕੰਨਾ ਸਿਹਾਰੀ ਬਿਹਾਰੀ ਔਂਕੜ ਦੇ ਲੈਂਕੜ ਦੌਰਾਨ ਜੋ ਵੀ ਲੱਗ ਹੁੰਦੀ ਹੈ, ਉਸ ਪੈਰ ਵਾਲੇ ਅੱਖਰ ਨੂੰ ਲਾਈ ਜਾਂਦੀ ਹੈ। ਜਿਵੇਂ ਪ੍ਰਾਨ, ਪੱਪੇ ਦੇ ਪੈਰ ਚਰਾਰਾ ਤੇ ਕੰਨਾ, ਇਹਨੂੰ ਪਾਰਨ ਨਹੀਂ ਪੜਿਆ ਜਾਏਗਾ, ਪਰਾਨ ਪੜਿਆ ਜਾਏਗਾ। ਜਿਹੜਾ ਪੈਰ ਚਰਾ ਰਿਹਾ ਕੰਨਾ, ਉਹਨੂੰ ਉਚਾਰਨ ਹੋਏਗਾ। ਏਦਾਂ ਕਹਿ ਲਓ ਕਿ ਜਿਹੜਾ ਪੈਰੀ ਪੈ ਗਿਆ ਉਹ ਲਾਹਾ ਲੈ ਗਿਆ। ਇੱਥੇ ਰਾਰਾ ਪੈਰੀ ਪੈ ਗਿਆ, ਸਿਹਾਰੀ ਵਾਲਾ ਲਾਹਾ ਰਾਰਾ ਲੈ ਗਿਆ। ਅੰਮ੍ਰਿਤ। ਕਰ ਸਿਫਤੀ ਅੰਮ੍ਰਿਤ ਪੀਮਦੈ। ਇੱਥੇ ਪੀਮਦੈ ਦੇ ਬਿੰਦੀ ਆਏਗੀ ਪੱਪੇ ਦੀ ਬਿਹਾਰੀ ਦੇ ਨਾਲ, ਪੀਮਦੈ। ਮਤ ਗੁਰ ਆਤਮ ਦੇਵ ਦੀ, ਖੜਗ ਜ਼ੋਰ ਪਰਾ ਕੋਏ ਜੀਦੈ। ਮਤ ਤੇ ਜੇ ਹਲਕਾ ਜਿਹਾ ਰੁਕ ਜਾਓ ਤੇ ਠੀਕ ਰਹੇਗਾ। ਗੁਰ ਆਤਮ ਦੇਵ ਦੀ ਤੇ ਰੁਕਣਾ ਹੀ ਰੁਕਣਾ ਹੈਗਾ। ਖੜਗ ਜ਼ੋਰ, ਇਹਨੂੰ ਜ਼ੋਰ ਨਹੀਂ ਬੋਲਣਾ, ਜ਼ੋਰ ਲਫ਼ਜ਼ ਨਹੀਂ ਹੈ ਇੱਥੇ। ਇੱਥੇ ਤਾਕਤ ਦੀ ਗੱਲ ਹੈ, ਬਲ, ਜ਼ੋਰ। ਜੱਜੇ ਦੇ ਪੈਰ 'ਚ ਬਿੰਦੀ ਨਾਲ ਉਚਾਰਨ ਹੋਏਗਾ ਇਹ ਜ਼ੋਰ। ਖੜਗ ਜ਼ੋਰ ਪਰਾ ਕੋਈ ਜੀ ਦੈ। ਜੀ ਦਾ ਇਕੱਠਾ ਲਫ਼ਜ਼ ਨਹੀਂ ਹੈ। ਜੀ ਜੱਜੇ ਦੀ ਬਿਹਾਰੀ ਜਿਹੜੀ ਹੈ, ਉਹਦੇ ਅੱਗੇ ਮੁਕਤਾ ਐੜਾ ਬਿਹਾਰੀ ਦੀ ਆਵਾਜ਼ ਲਮਕਾਉਣ ਵਾਸਤੇ ਹੈ। ਜੀ, ਫਿਰ ਦੈ, ਦੱਦੇ ਨੂੰ ਦਲਾਵਾਂ ਨਾਲ ਦੈ, ਦੇ ਨਹੀਂ ਬੋਲਣਾ ਇੱਥੇ, ਦੈ। ਜਦੋਂ ਆਖਰੀ ਅੱਖਰ ਐੜਾ ਮੁਕਤਾ ਹੋਵੇ ਤੇ ਉਸ ਤੋਂ ਪਹਿਲੇ ਅੱਖਰ ਦੀ ਲੱਗ ਦੀ ਆਵਾਜ਼ ਲਮਕ ਜਾਂਦੀ ਹੈ। ਜਿਵੇਂ ਅਸੀਂ ਪੜ੍ਹਦੇ ਹਾਂ, 6 ਘਰ 6 ਗੁਰ, 6 ਛੱਛੇ ਸਿਹਾਰੀ ਜਿਹੜੀ ਹੈ, ਅੱਗੇ ਐੜਾ ਲੱਗਿਆ, ਸਿਹਾਰੀ ਦੀ ਆਵਾਜ਼ ਲਮਕ ਗਈ, 6। ਏਦਾਂ ਹੀ ਜੀ ਦੈ। ਗੁਰ ਚੇਲੇ ਰਹਿਰਾਸ ਕੀ, ਨਾਨਕ ਸਲਾਮਤ ਥੀਮਦੈ। ਗੁਰ, ਇੱਥੇ ਹਲਕਾ ਜਿਹਾ ਰੁਕਣਾ ਹੈਗਾ, ਭਾਵ ਗੁਰੂ ਨੇ ਚੇਲੇ ਰਹਿਰਾਸ ਕੀ ਤੇ ਫਿਰ ਰੁਕਣਾ, ਕੀ ਨਾਨਕ ਸਲਾਮਤ ਥੀਮਦੈ। ਇੱਥੇ ਨਾਨਕ ਤੇ ਰੁਕਣਾ ਨਹੀਂ ਹੈ, ਹੇ ਨਾਨਕ ਨਹੀਂ। ਇੱਥੇ ਜੇ ਕੱਕਾ ਨੂੰ ਔਂਕੜ ਨਾ ਹੋਵੇ, ਸਿਹਾਰੀ ਨਾ ਹੋਵੇ, ਮੁਕਤਾ ਹੋਵੇ, ਕੱਕਾ ਅੱਗੇ ਸੰਬੰਧਕੀ ਨਾ ਹੋਵੇ, ਫਿਰ ਬਣਦਾ ਹੇ ਨਾਨਕ। ਪਰ ਇੱਥੇ ਕੱਕੇ ਨੂੰ ਸਿਹਾਰੀ ਹੈ। ਮੈਨੇ ਨਾਨਕ ਨੇ, ਨਾਨਕ ਸਲਾਮਤ ਥੀਮਦੈ। ਗੁਰੂ ਨਾਨਕ ਸਾਹਿਬ ਜੀ ਨੇ ਜਿਉਂਦਿਆਂ ਜੀ, ਹੁੰਦਿਆਂ ਸੁਣਦਿਆਂ, ਨਾਨਕ ਸਲਾਮਤ ਥੀਮਦੈ। ਥੱਥੇ ਨੂੰ ਬਿਹਾਰੀ ਨਾਲ ਬਿੰਦੀ ਨਾਲ ਉਚਾਰਨ ਹੋਏਗਾ ਤੇ ਦੱਦੇ ਨੂੰ ਦਲਾਵਾਂ ਦੈ, ਥੀਮਦੈ। ਸ਼ਹਿ ਟਿੱਕਾ ਦਿੱਤੋਸ ਜੀਵਦੈ। ਇਹਨੂੰ ਸ਼ਹਿ ਪਾਠ ਪੜਿਆ ਜਾਏਗਾ, ਸਹਿ ਨਹੀਂ। ਸ਼ਹਿ ਟਿੱਕਾ ਦਿੱਤੋਸ, ਇੱਥੇ ਹਲਕਾ ਜਿਹਾ ਰੁਕ ਜਾਣਾ ਮੈਂ, ਜੀਵਦੈ। ਜੱਜੀ ਬਿਹਾਰੀ ਨਾਲ ਬਿੰਦੀ ਨਾਲ ਉਚਾਰਨ ਹੋਏਗਾ ਤੇ ਦੇ ਨਹੀਂ ਕਹਿਣਾ, ਦੈ, ਜੀਵਦੈ। ਇੱਥੇ ਜੀਵਦੈ ਉਚਾਰਨ ਹੋਏਗਾ। ਇਹਦੇ ਅਰਥ ਵੀ ਅਸੀਂ ਦੇਖ ਲਈਏ ਇੱਕ ਵਾਰੀ ਤੇ ਨਾਲ ਨਾਲ ਇਹਦੀ ਵਿਆਕਰਨ ਵੀ ਅਸੀਂ ਚੈੱਕ ਕਰ ਲੈਂਦੇ ਹਾਂ ਕਿ ਵਿਆਕਰਨ ਮੁਤਾਬਕ ਇਹਦੇ ਕਿਵੇਂ ਅਰਥ ਨਿਕਲਣਗੇ। ਰਾਮਕਲੀ ਕੀ ਵਾਰ, ਭਾਵ ਇਹ ਜਿਹੜੀ ਵਾਰ ਹੈ, ਇਹਨੂੰ ਰਾਮਕਲੀ ਰਾਗ ਵਿੱਚ ਗਾਉਣ ਦੀ ਹਦਾਇਤ ਹੈ। ਵਾਰ ਮੈਨੇ ਜਿਹੜੀਆਂ ਪੌੜੀਆਂ ਨੇ। ਰਾਏ ਬਲਵੰਡ ਤਥਾ ਸੱਤੈ ਡੂਮ ਆਖੀ। ਬਲਵੰਡ ਦੇ ਡੱਡੇ ਨੂੰ ਸਿਹਾਰੀ ਆ ਗਈ, ਭਾਵ ਬਲਵੰਡ ਨੇ, ਭਾਵ ਇੱਕ ਰਾਏ ਬਲਵੰਡ ਨੇ ਤੇ ਦੂਜਾ ਤਥਾ ਮੈਨੇ ਅਤੇ ਸੱਤੈ ਡੂਮ ਆਖੀ। ਡੂਮ ਦੇ ਮੰਮੇ ਨੂੰ ਸਿਹਾਰੀ ਡੂਮ ਨੇ, ਸੱਤਾ ਡੂਮ ਜੀ ਨੇ, ਭਾਵ ਸੱਤਾ ਮਰਾਸੀ ਜੀ, ਰਬਾਬੀ ਜੀ ਜਿਹੜੇ ਨੇ, ਭਾਈ ਰਾਏ ਬਲਵੰਡ ਜੀ ਤੇ ਸੱਤਾ ਜੀ, ਇਹਨਾਂ ਨੇ ਆਖੀ। ਆਖੀ ਮੈਨੇ ਕਿਸੇ ਕਾਵਿਕ ਰਚਨਾ ਨੂੰ ਕੋਈ ਇੱਕ ਕਵੀ ਹੀ ਲਿਖ ਸਕਦਾ ਹੈ। ਇੱਕ ਤੋਂ ਜੇ ਰਚਨਾ ਇੱਕ ਹੈ, ਕਵਿਤਾ ਇੱਕ ਹੈ, ਤੇ ਇੱਕ ਕਵਿਤਾ ਨੂੰ ਇੱਕ ਤੋਂ ਵੱਧ ਕਵੀ ਨਹੀਂ ਲਿਖ ਸਕਦੇ। ਪਰ ਇਹਦੇ ਚ ਉੱਪਰਲੇ ਸਿਲੇਖ ਚ ਦੋ ਨਾਮ ਨੇ, ਬਲਵੰਡ ਜੀ ਦਾ ਨਾਮ ਹੀ, ਸੱਤਾ ਜੀ ਦਾ ਵੀ। ਇਸ ਕਰਕੇ ਇਹਦਾ ਆਖੀ ਦਾ ਮਤਲਬ ਸੁਣਾਈ, ਆਖ ਦਿੱਤੀ, ਸੁਣਾ ਦਿੱਤੀ। ਭਾਵ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਬਾਰ ਵਿੱਚ ਭਾਈ ਰਾਏ ਬਲਵੰਡ ਜੀ ਤੇ ਭਾਈ ਸੱਤਾ ਜੀ ਨੇ ਇਹ ਵਾਰ ਆਖੀ ਸੀ, ਸੁਣਾਈ ਸੀ, ਜਿਹਨੂੰ ਬਾਅਦ ਵਿੱਚ ਲਿਖਤੀ ਰੂਪ ਦਿੱਤਾ ਗਿਆ।
ਗੁਰਬਾਣੀ 'ਚ ਦੋ ਮਾਤਰੀ ਸ਼ਬਦ ਹੁੰਦੇ ਨੇ। ਅਸੀਂ ਗੁਰਬਾਣੀ ਵਿਆਕਰਨ ਕੋਰਸ ਵਿੱਚ ਕਰ ਚੁੱਕੇ ਹਾਂ ਕਿ ਅਸਲੀ ਸ਼ਬਦ ਛੱਡ ਕੇ ਉਚਾਰਨ ਵਾਲਾ ਸ਼ਬਦ ਪੜ੍ਹਿਆ ਜਾਂਦਾ ਹੈ। ਇਸ ਵਾਰ ਦੇ ਵਿੱਚ ਇੱਕ ਸ਼ਬਦ ਆਉਂਦੀ ਹੈ, ਮਨਮੁੱਖਾਂ ਪਿਆ ਮੋਆ। ਹੁਣ ਅਸਲੀ ਲਫ਼ਜ਼ ਮੋਆ ਹੈ। ਜੇ ਲਿਖਤ 'ਚ ਹੁੰਦੀ ਇਹ, ਫਿਰ ਮੰਮੇ ਨੂੰ ਔਂਕੜ ਤੇ ਮੰਮੇ ਨੂੰ ਹੋੜਾ ਦੋਨੋਂ ਇਕੱਠੇ ਆਣੇ ਸੀ, ਪਰ ਇੱਥੇ ਇਕੱਲਾ ਮੰਮੇ ਨੂੰ ਹੋੜਾ ਹੈ, ਮੰਮੇ ਨੂੰ ਔਂਕੜ ਨਹੀਂ ਹੈ। ਅਸਲੀ ਲਫ਼ਜ਼ ਮੋਆ, ਉਚਾਰਨ ਵਿੱਚ ਮੋਆ, ਕਿਉਂਕਿ ਸੱਤੇ ਬਲਵੰਡ ਨੇ ਆਖੀ ਸੀ, ਸੁਣਾਈ ਸੀ, ਇਸ ਕਰਕੇ ਉਚਾਰਨ ਵਾਲੇ ਲਹਿਜੇ ਵਿੱਚ ਜਿਵੇਂ ਸੁਣਾਈ ਸੀ ਮੋਆ ਕਹਿ ਕੇ, ਉਦਾਂ ਹੀ ਇਹਨੂੰ ਲਿਖ ਦਿੱਤਾ ਗਿਆ। ਇਸ ਕਰਕੇ ਆਖੀ ਮੈਨੇ ਸੁਣਾਈ। ਇੱਕ ਓੰਕਾਰ, ਅਕਾਲ ਪੁਰਖ ਇੱਕ ਹੈ, ਇੱਕ ਰਸ ਭਰਪੂਰ ਹੈ। ਸਤ ਉਹ ਸਦੀਵੀ ਸੱਚਾ ਹੈ, ਗੁਰ ਪ੍ਰਸਾਦ ਉਹ ਜਿਹੜਾ ਸਦੀਵੀ ਥਿਰ ਰਹਿਣ ਵਾਲਾ ਕਿਵੇਂ ਮਿਲੇਗਾ? ਗੁਰੂ ਦੀ ਕਿਰਪਾ ਦੁਆਰਾ। ਗੁਰ ਪ੍ਰਸਾਦ, ਇੱਥੇ ਪ੍ਰਸਾਦ ਨਹੀਂ ਪ੍ਰਸਾਦ, ਭਾਵ ਗੁਰੂ ਦੀ ਕਿਰਪਾ ਦੁਆਰਾ। ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਖੀਮਦੈ। ਕਾਦਰ ਦੇ ਰਾਰੇ ਨੂੰ ਔਂਕੜਾ ਮੈਨੇ ਇੱਕ ਕਾਦਰ ਦੀ ਇੱਥੇ ਗੱਲ ਹੈ, ਜਿਹਦਾ ਨਾਉ ਆਪ ਕਰਤਾ ਕਾਦਰ ਕਰ ਦੇਵੇ, ਜਿਹਦਾ ਨਾਮਣਾ ਕਰਤਾ ਮੈਨੇ ਪੈਦਾ ਕਰਨ ਵਾਲਾ, ਕਾਦਰ ਮੈਨੇ ਕੁਦਰਤ ਦਾ ਜਿਹੜਾ ਮਾਲਕ ਹੈ, ਕੁਦਰਤ ਨੂੰ ਬਣਾਉਣ ਵਾਲਾ ਕਾਦਰ, ਜਿਹਦਾ ਨਾਮਣਾ ਆਪ ਪ੍ਰਭੂ ਕਰ ਦੇਵੇ। ਕਿਉਂ ਬੋਲ ਹੋਵੇ ਜੋਖੀਮਦੈ। ਜੋਖੀਮਦੈ ਦਾ ਮਤਲਬ ਹੁੰਦਾ ਹੈ ਜੋਖਣ ਯੋਗ, ਤੋਲਣ ਯੋਗ। ਉਹਦਾ ਬੋਲ ਕਿਵੇਂ ਤੋਲਣ ਯੋਗ ਹੋ ਸਕਦਾ ਹੈ? ਇੱਥੇ ਇੱਕ ਬੋਲ ਦੀ ਗੱਲ ਹੈ, ਉਸ ਦੇ ਬੋਲ ਨਹੀਂ, ਉਸ ਦਾ ਬੋਲ, ਕਿਉਂਕਿ ਬੋਲ ਦੇ ਲੈਲੇ ਨੂੰ ਔਂਕੜਾ, ਇੱਥੇ ਇੱਕ ਬੋਲ ਦੀ ਗੱਲ ਹੈ, ਉਹਦਾ ਇੱਕ ਬਚਨ, ਉਹਦਾ ਇੱਕ ਵੀ ਬਚਨ ਤੋਲਿਆ ਨਹੀਂ ਜਾ ਸਕਦਾ। ਭਾਵ ਜਿਹਦਾ ਨਾਮ ਰੱਬ ਆਪ ਕਰ ਦੇਵੇ, ਉਹਦੀ ਜ਼ਬਾਨ ਦੇ ਬੋਲ ਵੀ ਏਡੇ ਕੀਮਤੀ ਹੋ ਜਾਂਦੇ ਨੇ ਕਿ ਉਹਦੀ ਜ਼ਬਾਨ ਦੇ ਬੋਲਾਂ ਨੂੰ ਵੀ ਤੋਲਣਾ ਔਖਾ ਹੋ ਜਾਂਦਾ ਹੈ। ਬੋਲਾਂ ਨੂੰ ਵੀ ਕਿਉਂ, ਇੱਕ ਬੋਲ ਵੀ ਨਹੀਂ ਉਹਦਾ ਤੋਲਿਆ ਜਾ ਸਕਦਾ। ਜਿਹਦਾ ਨਾਮ ਆਪ ਪ੍ਰਭੂ ਕਰ ਦੇਵੇ, ਉਹਦਾ ਇੱਕ ਵੀ ਬੋਲ ਕਿਵੇਂ ਤੋਲਣ ਯੋਗ ਹੋ ਸਕਦਾ ਹੈ? ਭਾਵ ਨਹੀਂ ਤੋਲਿਆ ਜਾ ਸਕਦਾ, ਉਹਦੇ ਇੱਕ ਬਚਨ ਦਾ ਵੀ ਅੰਤ ਨਹੀਂ ਪੈ ਸਕਦਾ। ਦੇ ਗੁਨਾ ਸੱਤ ਭੈਣ ਭਰਾਵ ਹੈ, ਪਾਰੰਗਤ ਦਾਨ ਪੜੀਵਦੈ। ਦੇ ਗੁਨਾ ਮੈਨੇ ਦੈਵੀ ਗੁਣ, ਦੇ ਮੈਨੇ ਦੈਵੀ। ਹੁਣ ਦੇ ਦੈਵੀ ਅਲੱਗ ਸ਼ਬਦ ਹੈ, ਗੁਣਾ ਜਿਹੜੇ ਗੁਣ ਨੇ ਉਹ ਅਲੱਗ ਸ਼ਬਦ ਹੈ। ਦੇ ਗੁਣਾ ਇਕੱਠਾ ਪਾਠ ਨਹੀਂ ਹੈ, ਨਾ ਇਹਨੂੰ ਦੇ ਗੁਣਾ ਨਾਣੇ ਨਾਲ ਬੋਲਣਾ ਹੈ। ਦੇ ਗੁਣਾ ਭਾਵ ਦੈਵੀ ਗੁਣ ਸੱਤ, ਕਿਹੜੇ? ਸੱਚ ਆਦਿਕ। ਸੱਤ ਦਾ ਮਤਲਬ ਸੱਚ ਆਦਿਕ ਹੋਰ ਵੀ ਬਹੁਤ ਨੇ। ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਰਮਾਣਤਾ, ਨਿਸ਼ਕਾਮਤਾ, ਨੇਕ ਨੀਤੀ, ਸੱਚਾਈ, ਇਮਾਨਦਾਰੀ, ਬਹੁਤ ਸਾਰੇ ਸ਼ੁਭ ਗੁਣ, ਸ਼ੁਭ ਜਜ਼ਬੇ ਨੇ। ਇਹ ਜਿੰਨੇ ਵੀ ਨੇ, ਇਹ ਭੈਣਾਂ ਨੇ, ਇਹ ਭਰਾ ਨੇ, ਜਿੰਨੇ ਵੀ ਨੇ, ਇਸ ਕਰਕੇ ਹੈ ਬਹੁਤੇ ਨੇ ਨਾ। ਹੈ ਦਾ ਮਤਲਬ ਹਨ, ਜੇ ਹੁੰਦਾ ਹੈ ਫਿਰ ਇੱਕ ਹੋਣਾ ਸੀ, ਪਰ ਇੱਥੇ ਇੱਕ ਨਹੀਂ ਹੈਗਾ, ਭੈਣ ਭਰਾ ਬਹੁਤ ਨੇ, ਭੈਣਾਂ ਵੀ ਨੇ ਤੇ ਭਰਾ ਵੀ ਨੇ, ਬਹੁਵਚਨ ਹੋ ਗਿਆ, ਇਸ ਕਰਕੇ ਭਰਾ ਹੈ ਆ ਜਾਏਗਾ ਲਫ਼ਜ਼ ਹੈ। ਭਾਵ ਦੈਵੀ ਗੁਣ ਜਿਹੜੇ ਨੇ, ਸ਼ੁਭ ਗੁਣ ਜਿਹੜੇ ਨੇ, ਸੱਚ ਆਦਿਕ ਜਿਹੜੇ ਨੇ, ਉਹ ਸਕੇ ਭੈਣ ਭਰਾ ਹਨ। ਸਾਕ ਸੰਬੰਧੀ ਭਾਵ ਗੁਰੂ ਦੇ ਭੈਣ ਭਰਾ, ਗੁਰੂ ਦੇ ਰਿਸ਼ਤੇਦਾਰ ਸ਼ੁਭ ਗੁਣ ਹੀ ਹਨ। ਦੇ ਗੁਨਾ ਸਤ ਭੈਣ ਭਰਾਵ ਹੈ, ਪਾਰੰਗਤ ਦਾਨ ਪੜੀਵਦੈ। ਇਹਨੂੰ ਪੜੀਵਦੈ ਨਹੀਂ ਪੜਨਾ, ਪੜਨ ਦੀ ਗੱਲ ਨਹੀਂ, ਪੜੀਵਦੈ ਮਨੇ ਪੈਣਾ, ਪੈਣ ਦੇ ਨਾਲ। ਜਿਵੇਂ ਪਾਰੰਗਤ ਦੋ ਸ਼ਬਦਾਂ ਨੂੰ ਮਿਲਾ ਕੇ ਬਣਿਆ, ਪਾਰ ਕਰਨ ਵਾਲੀ ਗਤ, ਗਤ ਮਨੇ ਅਵਸਥਾ, ਜਿਹੜੀ ਵਿਕਾਰਾਂ ਦੇ ਸਾਗਰ ਤੋਂ ਪਾਰ ਕਰ ਦਿੰਦੀ ਹੈ, ਉਹ ਵਾਲੀ ਅਵਸਥਾ, ਉਹ ਵਾਲਾ ਗੁਣ ਜਿਹੜਾ ਵਿਕਾਰਾਂ ਦੇ ਕਿਨਾਰੇ ਤੋਂ, ਵਿਕਾਰਾਂ ਦੇ ਭਵਜਲ ਸਾਗਰ ਤੋਂ ਤਾਰ ਕੇ ਸੱਚ ਦੇ ਕਿਨਾਰੇ, ਗੁਣਾਂ ਦੇ ਕਿਨਾਰੇ ਤੇ ਪਹੁੰਚਾ ਦੇਵੇ, ਉਹ ਵਾਲੀ ਅਵਸਥਾ ਪਾਰੰਗਤ ਦਾਨ। ਦਾਨ ਮੈਨੇ ਜਿਹੜੀ ਬਖਸ਼ਿਸ਼ ਹੈ, ਗੁਰੂ ਨੇ ਜੋ ਦਾਨ ਝੋਲੀ ਚ ਪਾਣਾ ਹੈ। ਪੜੀਵਦੈ ਪੈਣ ਨਾਲ, ਭਾਵ ਗੁਰੂ ਦੀ ਬਖਸ਼ਿਸ਼ ਰੂਪੀ ਦਾਨ ਝੋਲੀ ਚ ਪੈਣ ਨਾਲ। ਦਾਨ ਪੜੀਵਦੈ, ਬਖਸ਼ਿਸ਼ ਰੂਪੀ ਦਾਨ ਪੈਣ ਨਾਲ ਕੀ ਹੁੰਦਾ? ਪਾਰੰਗਤ, ਵਿਕਾਰਾਂ ਦੇ ਸਾਗਰ ਤੋਂ ਪਾਰ ਉਤਰਨ ਦੀ ਗਤੀ ਪ੍ਰਾਪਤ ਹੋ ਜਾਂਦੀ ਹੈ, ਭਾਵ ਪਰਮ ਗਤੀ ਪ੍ਰਾਪਤ ਹੋ ਜਾਂਦੀ ਹੈ। ਗੁਰੂ ਪਾਸੋਂ ਰੱਬੀ ਯਾਦ ਰੂਪੀ ਦਾਨ ਝੋਲੀ ਚ ਪੈਣ ਦੇ ਨਾਲ ਆਤਮਿਕ ਤੌਰ ਤੇ ਅਵਸਥਾ ਉੱਚੀ ਹੋ ਜਾਂਦੀ ਹੈ। ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ, ਨੀਮ ਦੈ। ਹੁਣ ਨੀਮ ਅਲੱਗ ਸ਼ਬਦ ਹੈ, ਦੈ ਅਲੱਗ ਸ਼ਬਦ ਹੈ। ਨਾਨਕ ਰਾਜ ਚਲਾਇਆ, ਨਾਨਕ ਦੇ ਕੱਕੇ ਨੂੰ ਸਿਆਰੀ ਹੈ। ਜੇ ਨਾਨਕ ਦੇ ਕੱਕੇ ਨੂੰ ਔਂਕੜ ਹੋਵੇ ਤੇ ਗੁਰੂ ਨਾਨਕ ਸਾਹਿਬ ਦੀ ਗੱਲ ਹੈ। ਜੇ ਨਾਨਕ ਦੇ ਕੱਕੇ ਨੂੰ ਔਂਕੜ ਨਾ ਹੋਵੇ, ਕੱਕਾ ਮੁਕਤਾ ਹੋਵੇ, ਤੇ ਹੇ ਨਾਨਕ ਸੰਬੋਧਨ ਆ ਜਾਏਗਾ, ਜਾਂ ਅੱਗੇ ਸੰਬੰਧਕ ਆ ਜਾਏਗਾ, ਨਾਨਕ ਕਾ, ਨਾਨਕ ਕੀ, ਵਗੈਰਾ ਵਗੈਰਾ।
जे नानक दे कक्के नूं सियारी ते अगे कर की अर्थ निकल आएगा नानक ने, भाव गुरु नानक साहब ने राज चलाया। राज जिन्होंने औंकड़ मैंने एक राज कायम किया, धर्म का राज उसारिया, दुनिया ते धर्म चलाया। नानक राज चलाया भाव धर्म का राज फैला दिता। और ये राज जिहड़ा चलाया, इस राज वास्ते कोई किला भी होएगा। हाँ, सच कोट सताणी नीम दे, सच रूपी कोट किला उसारिया। कोट के टैंके औंकड़ है, मैंने एक किला, केड़ा किला? सच, सच सच दे चचे भी औंकड़ मैंने एक सच रूपी किला। सताणी मैंने ताकत वाली, ताकत सहित, ताण सहित, ताण कहते ने बल नूं, सताणी मैंने ताकत सहित भाव चंगे बल वाली। नीम दै, नीम नींह नूं कहंदे ने, नीम बिंदी नाल उचारण होएगा, नन्ने दी बिहारी नाल बिंदी होएगी। दै मैंने दे के, भाव ताकत वाली नींह दे के गुरु नानक साहब जी ने एक धर्म का राज चलाया, सच रूपी किला उसारिया, ਉਹਦੇ ਵਿੱਚ बल वाली नींह रखी, ਉਹ नींह पक्की रखी मजबूत, ਜਿਹੜੀ ਹੁਣ ਟੁੱਟ नहीं सकती, ਜਿਹੜੀ नींह कदी खराब नहीं हो सकती। लहणे तरियोन छत सिर कर सिफती अमृत पीम दे। लहणे तरियोन, हाँ ਇਹਦਾ ਉਚਾਰਨ ਜਿਹੜਾ ਨਾ ਤਰਿਓਨ ਹੋਏਗਾ, ਇਹ ਧਿਆਨ ਦਿਓ। ਅਸੀਂ ਗੁਰਬਾਣੀ ਵਿਆਕਰਣ ਕੋਰਸ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਜਿਹੜੇ ਨੇ ਉਹ ਵਿਚਾਰ ਚੁੱਕੇ ਹੈਗੇ ਆ, ਜਿਵੇਂ ਮਿਕਿਓਨ, ਟਿਕਿਓਨ, ਛਿਕਿਓਨ, ਜਿਹਾ ਤੁਰ ਲਿਖ ਪਾਇਓਨ, ਸੱਚਾ ਅਮਰ ਚਲਾਇਓਨ, ਇਕਨਾ ਨੂੰ ਨਾਉ ਬਖਸ਼ਿਓਨ, ਕੁਦਰਤ ਇਹ ਵਿਖਾਲੀਅਨ, ਘਟ ਅੰਮ੍ਰਿਤ ਘਟ ਅੰਤਰ ਅੰਮ੍ਰਿਤ ਰੱਖਿਓਨ। ਇਹਦੇ ਵਿੱਚ ਵੀ ਆਏਗਾ 14 ਰਤਨ ਨਿਕਾਲਿਅਨ, ਰਾਤ ਦਿਵਸ ਉਪਾਇਨ। ਇਹ ਜਿਹੜੇ ਸ਼ਬਦ ਹੁੰਦੇ ਨੇ ਅਖੀਰ ਤੇ ਅੰਨ ਤੇ ਆਉਣ ਵਾਲੇ, ਇਹ ਥਰਡ ਪਰਸਨ ਤੇ ਭੂਤਕਾਲ ਵਾਸਤੇ ਹੁੰਦੇ ਨੇ, ਵੀ ਉਹਨੇ ਇਸ ਤਰ੍ਹਾਂ ਕੀਤਾ, ਉਹਨੇ ਇਸ ਤਰ੍ਹਾਂ ਕੀਤੀ, ਉਹਨੇ ਇਸ ਤਰ੍ਹਾਂ ਕੀਤੇ, ਉਹਨੇ ਇਸ ਤਰ੍ਹਾਂ ਕੀਤੀਆਂ। ਥਰਡ ਪਰਸਨ ਭੂਤਕਾਲ ਵਾਸਤੇ ਵੀ ਉਹਨੇ। ਹੁਣ ਜਿਹੜਾ ਇਹ ਸ਼ਬਦ ਹੈਗਾ ਲੈਣੇ ਧਰਿਓਨ, ਭਾਵ ਉਸਨੇ ਧਰਿਆ, ਛਤਰ ਧਰਿਆ ਉਸਨੇ। ਕਿੰਨੇ? ਇੱਥੇ ਗੁਰੂ ਨਾਨਕ ਸਾਹਿਬ ਦੀ ਗੱਲ ਚੱਲ ਰਹੀ ਹੈ। ਲੈਣੇ ਧਰਿਓਨ ਛੱਤ ਸਿਰ, ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਦੇ ਸੀਸ ਤੇ ਛਤਰ ਧਰ ਦਿੱਤਾ। ਛਤਰ ਧਰਿਆ ਭਾਵ ਉਹਨਾਂ ਨੂੰ ਗੁਰਤਾ ਦੀ ਜ਼ਿੰਮੇਵਾਰੀ ਸੌਂਪ ਦਿੱਤੀ, ਉਹਨਾਂ ਦੇ ਉੱਪਰ ਛਤਰ ਚਲਾ ਦਿੱਤਾ, ਉਹਨਾਂ ਦੀ ਜੈ ਜੈਕਾਰ ਕਰਾ ਦਿੱਤੀ। ਲੈਣੇ ਧਰਿਓਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ। ਹੁਣ ਇਹਨੂੰ ਸਿਫਤੀ ਨਹੀਂ ਬੋਲਣਾ, ਜਿਵੇਂ ਦਰਪਣ ਦੇ ਵਿੱਚ ਆਉਂਦਾ ਵੀ ਸਿਫਤਾਂ, ਇੱਥੇ ਬਹੁਤੀਆਂ ਸਿਫਤਾਂ ਦੀ ਗੱਲ ਨਹੀਂ ਹੈ। ਇੱਥੇ ਇੱਕ ਸਿਫਤ ਸਲਾਹ ਦੀ ਗੱਲ ਹੈ, ਇੱਕ ਪ੍ਰਭੂ ਦੀ ਸਿਫਤ, ਇੱਕ ਪ੍ਰਭੂ ਦੀ ਸਿਫਤ। ਨਾਮ ਅੰਮ੍ਰਿਤ ਪੀ ਰਹੇ, ਪੀਵਦੈ ਮੈਨੇ ਪੀ ਰਹੇ ਜਿਹੜੇ ਨੇ ਭਾਈ ਲਹਿਣਾ ਜੀ, ਉਹਨਾਂ ਦੇ ਸਿਰ ਤੇ ਛਤਰ ਧਰਿਆ। ਕਰ ਸਿਫਤੀ ਅੰਮ੍ਰਿਤ ਪੀਵਦੈ, ਪ੍ਰਭੂ ਦੀ ਸਿਫਤ ਸਲਾਹ ਕਰਕੇ ਅੰਮ੍ਰਿਤ ਪੀ ਰਹੇ ਭਾਈ ਲਹਿਣੇ ਦੇ ਸੀਸ ਦੇ ਉੱਪਰ ਗੁਰਿਆਈ ਦਾ ਛਤਰ ਧਰ ਦਿੱਤਾ। ਮਤ ਗੁਰ ਆਤਮ ਦੇਵ ਦੀ ਖੜਗ ਜ਼ੋਰ ਪ੍ਰਾਕੋਏ ਜੀ ਦੈ। ਮਤ ਤੇ ਹਲਕਾ ਜਿਹਾ ਰੁਕਣਾ, ਮਤ ਗੁਰ ਆਤਮ ਦੇਵ ਦੀ। ਗੁਰ ਆਤਮ ਦੇਵ ਮੈਨੇ ਜਿਹੜਾ ਗੁਰੂ ਪ੍ਰਕਾਸ਼ ਰੂਪੀ ਆਤਮਿਕ ਦੇਵ ਹੈ, ਆਤਮਿਕ ਜੀਵਨ ਦੇਣ ਵਾਲਾ ਪ੍ਰਕਾਸ਼ ਰੂਪ ਗੁਰੂ ਹੈ, ਉਹਦੀ ਮਤ, ਇਹਦਾ ਮਤਲਬ ਹੈ ਗੁਰਮਤ। ਗੁਰੂ ਦੀ ਮਤ, ਗੁਰੂ ਦੀ ਸ੍ਰੇਸ਼ਟ ਗਿਆਨ ਪ੍ਰਕਾਸ਼ ਦੇਣ ਵਾਲੀ ਮਤ। ਮਤ ਗੁਰ ਆਤਮ ਦੇਵ ਦੀ ਖੜਗ ਜ਼ੋਰ ਪ੍ਰਾਕੋਏ ਜੀ ਦੈ। ਖੜਗ ਮੈਨੇ ਕਿਰਪਾਨ ਦੇ ਨਾਲ, ਗੱਗੇ ਨੂੰ ਸਿਆਰੀ ਆ ਗਈ, ਮੈਨੇ ਕਿਰਪਾਨ ਨਾਲ, ਜ਼ੋਰ ਦੇ ਰਾਰੇ ਨੂੰ ਸਿਆਰੀ ਹੈਗੀ, ਜ਼ੋਰ ਦੇ ਨਾਲ, ਕਿਰਪਾਨ ਦੇ ਜ਼ੋਰ ਦੇ ਨਾਲ, ਖੜਗ ਦੇ ਸਿਆਰੀ ਆ ਗਈ ਗੱਗੇ ਦੇ, ਮੈਨੇ ਖੜਗ ਦੇ, ਜ਼ੋਰ ਦੇ ਰਾਰੇ ਸਿਆਰੀ ਆ ਗਈ, ਮੈਨੇ ਜ਼ੋਰ ਨਾਲ। ਪ੍ਰਾਕੋਏ ਕਹਿੰਦੇ ਨੇ ਪਰਾਕਰਮ ਨੂੰ, ਭਾਵ ਬਲ ਨਾਲ। ਪ੍ਰਾਕੋਏ ਦੀ ਈੜੀ ਨੂੰ ਸਿਆਰੀ ਆ ਗਈ, ਭਾਵ ਬਲ ਨਾਲ, ਭਾਵ ਗਿਆਨ ਰੂਪੀ ਕਿਰਪਾਨ ਦੇ ਜ਼ੋਰ ਨਾਲ, ਗਿਆਨ ਰੂਪੀ ਖੜਗ ਦੇ ਬਲ ਦੇ ਨਾਲ ਜੀ ਦੇ ਭਾਈ ਲਹਿਣਾ ਜੀ ਨੂੰ ਆਤਮਿਕ ਜੀਵਨ ਦਾਨ ਦਿੱਤਾ। ਜੀ ਅਲੱਗ ਸ਼ਬਦ ਹੈ, ਦੈ ਅਲੱਗ ਸ਼ਬਦ ਹੈ। ਇਹਨੂੰ ਜੀਆ ਪਾਠ ਨਹੀਂ ਕਰਨਾ, ਜੀਆ ਦੈ ਵੀ ਨਹੀਂ ਕਰਨਾ, ਜੀ ਦੈ। ਜੀ ਦੀ ਆਵਾਜ਼ ਲਮਕ ਜਾਣੀ ਹੈ, ਜਿੱਥੇ ਐੜਾ ਮੁਕਤ ਆ ਜਾਵੇ ਉੱਥੇ ਉਸ ਤੋਂ ਪਹਿਲੀ ਲੱਗ ਦੀ ਆਵਾਜ਼ ਲਮਕ ਜਾਂਦੀ ਹੈ। ਜੀ ਦੈ, ਅਸੀਂ ਇਹ ਪਿੱਛੇ ਵੀ ਇਹ ਸ਼ਬਦ ਕਰ ਚੁੱਕੇ ਹੈਗੇ ਆ, ਔਰ ਆਉਣ ਵਾਲੇ ਇਸ ਬਾਣੀ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਆਉਣਗੇ। ਜੀ ਦੈ,
ਜੀ ਦੀ ਆਵਾਜ਼ ਲਮਕ ਜਾਏਗੀ ਜਿਵੇਂ 6 ਘਰ ਉਦਾਂ ਹੀ। ਹੁਣ ਕੀ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ? ਗੁਰੂ ਦੀ ਜਿਹੜੀ ਮੱਤ ਹੈ, ਗੁਰੂ ਦੀ ਮੱਤ ਦੇ, ਗੁਰੂ ਦੇ ਗਿਆਨ ਦੇ ਖੜਗ ਦੇ ਜ਼ੋਰ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਆਤਮਿਕ ਜੀਵਨ ਦਾ ਦਾਨ ਦਿੱਤਾ। ਦੁਨਿਆਵੀ ਕਿਰਪਾਨ, ਦੁਨਿਆਵੀ ਖੜਗ ਮੌਤ ਦਿੰਦੀ ਹੈ, ਪਰ ਗੁਰੂ ਦੇ ਗਿਆਨ ਦੀ ਖੜਗ ਜਿਹੜੀ ਹੈ ਆਤਮਿਕ ਜੀਵਨ ਦਿੰਦੀ ਹੈ। ਮਨ ਕਰ ਹਲਾਵੜ ਭਾਗੀਆ, ਗੁਰ ਗਿਆਨ ਰਤਨ ਸੰਭਾਲ। ਗੁਰ ਗਿਆਨ ਖੜਗ ਹੱਥ ਧਾਰਿਆ, ਜਮ ਮਾਰਿਆ ਜਮ ਕਾਲ। ਗੁਰੂ ਨੇ ਗਿਆਨ ਰੂਪੀ ਖੜਗ ਹੱਥ ਫੜੀ ਹੈ, ਤੇ ਗੁਰੂ ਦੀ ਗਿਆਨ ਰੂਪੀ ਖੜਗ ਮੌਤ ਨਹੀਂ ਦਿੰਦੀ, ਮੌਤ ਮਾਰ ਦਿੰਦੀ ਹੈ, ਮੌਤ ਨੂੰ ਖਤਮ ਕਰ ਦਿੰਦੀ ਹੈ। ਗੁਰ ਗਿਆਨ ਖੜਗ ਹੱਥ ਧਾਰਿਆ, ਜਮ ਮਾਰਿਆ ਜਮ ਕਾਲ। ਜਿਹੜਾ ਮੌਤ ਹੈ, ਮੌਤ ਨੂੰ ਮਾਰ ਦਿੱਤਾ। ਦੁਨਿਆਵੀ ਕਿਰਪਾਨ ਜੀਵਨ ਮਾਰ ਕੇ ਮੌਤ ਦਿੰਦੀ ਹੈ, ਗੁਰੂ ਦੇ ਗਿਆਨ ਦੀ ਕਿਰਪਾਨ ਮੌਤ ਨੂੰ ਮਾਰ ਕੇ ਜੀਵਨ ਦਿੰਦੀ ਹੈ। ਇੰਨਾ ਫਰਕ ਹੈ। ਮਤ ਗੁਰ ਆਤਮਦੇਵ ਦੀ, ਖੜਗ ਜ਼ੋਰ ਭਰਾ ਕੋਇ ਜੀਦ ਹੈ। ਗੁਰ ਚੇਲੇ ਰਹਿਰਾਸ ਕੀ, ਨਾਨਕ ਸਲਾਮਤ ਥੀਮਦ ਹੈ। ਗੁਰ ਤੇ ਰੁਕਣਾ ਹੈ, ਤੇ ਗੁਰ ਦੇ ਇਰਾਦੇ ਨੂੰ ਸਿਆਰੀ ਮੈਨੇ ਗੁਰੂ ਨੇ। ਚੇਲੇ ਰਹਿਰਾਸ ਕੀ, ਆਪਣੇ ਚੇਲੇ ਭਾਵ ਭਾਈ ਲਹਿਣਾ ਜੀ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ। ਨਾਨਕ ਸਲਾਮਤ ਥੀਮਦ ਹੈ। ਨਾਨਕ ਦੇ ਕੱਕੇ ਨੂੰ ਸਿਆਰੀ ਮੈਨੇ ਗੁਰੂ ਨਾਨਕ ਸਾਹਿਬ ਨੇ ਸਲਾਮਤ ਹੁੰਦਿਆਂ ਹੋਇਆਂ, ਥੀਮਦ ਮੈਨੇ ਹੁੰਦਿਆਂ, ਸਲਾਮਤ ਮੈਨੇ ਜਿਉਂਦੇ ਜੀ, ਜਿਉਂਦਿਆਂ ਹੀ ਗੁਰੂ ਨਾਨਕ ਸਾਹਿਬ ਨੇ ਆਪਣੇ ਜਿਉਂਦੇ ਜੀ ਭਾਈ ਲਹਿਣਾ ਜੀ ਨੂੰ ਨਮਸਕਾਰ ਕਰ ਦਿੱਤੀ, ਆਪਣੇ ਸਿੱਖ ਦੇ ਅੱਗੇ ਨਮਸਕਾਰ ਕਰ ਦਿੱਤੀ। ਸ਼ਹਿ ਟਿੱਕਾ ਦਿੱਤੋਸ ਜੀਵਦ ਹੈ। ਇੱਥੇ ਸਹਿ ਪਾਠ ਨਹੀਂ, ਸ਼ਹਿ ਮੈਨੇ ਮਾਲਕ ਨੇ, ਪਤੀ ਨੇ, ਖਸਮ ਨੇ, ਭਾਵ ਗੁਰੂ ਨਾਨਕ ਸਾਹਿਬ ਨੇ। ਹਾਹੇ ਨੂੰ ਸਿਆਰੀ ਨੇ ਵਾਸਤੇ ਹੈ। ਅਸਲੀ ਸ਼ਬਦ ਸ਼ਹਿ ਹੈ, ਸ਼ਸ਼ਾ ਹਾਹਾ, ਇੱਕ ਵਚਨ ਦੇ ਨਾਲ ਇਹ ਔਂਕੜ ਨਾਲ ਆ ਜਾਂਦਾ ਹੈ, ਉਹਦੇ ਉੱਥੇ ਵਿਚਾਰਨ ਸ਼ਹਿ ਹੀ ਹੋਏਗਾ। ਇੱਥੇ ਸਿਆਰੀ ਨਾਲ ਅੱਗੇ ਕਰਕੇ ਅਰਥ ਆ ਗਿਆ ਸ਼ਹਿ ਨੇ। ਟਿੱਕਾ ਦਿੱਤੋਸ, ਦਿੱਤੋਸ ਤੇ ਹਲਕਾ ਜਿਹਾ ਰੁਕ ਜਾਣਾ, ਭਾਵ ਦਿੱਤਾ। ਜੀਵਦਾ, ਜਿਉਂਦਿਆਂ ਹੀ, ਭਾਵ ਮਾਲਕ ਗੁਰੂ ਨਾਨਕ ਸਾਹਿਬ ਨੇ ਜਿਉਂਦਿਆਂ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਗੁਰਿਆਈ ਦਾ ਤਿਲਕ ਦੇ ਦਿੱਤਾ। ਇੱਥੇ ਇੱਕ ਸ਼ਬਦ ਦਾ ਧਿਆਨ ਰੱਖਿਓ ਸ਼ਹਿ ਬਾਰੇ। ਇੱਕ ਵਚਨ ਪਲਿੰਗ ਸ਼ਬਦ ਹਮੇਸ਼ਾ ਆਖਰੀ ਅੱਖਰ ਔਂਕੜ ਨਾਲ ਆਉਂਦਾ ਹੈ। ਜਿਵੇਂ ਸਤਨਾਮ, ਮੰਮੀ ਨੂੰ ਔਂਕੜ ਮੈਨੇ ਇੱਕ ਸੱਚਾ ਨਾਮ। ਨਿਰਵੈਰ, ਰਾਰੇ ਨੂੰ ਔਂਕੜ ਆ ਗਈ, ਅਸੀਂ ਬੋਲਦੇ ਨਹੀਂ ਆ, ਪਰ ਉੱਥੇ ਔਂਕੜ ਦਾ ਮਤਲਬ ਇੱਕ ਨਿਰਵੈਰ। ਸੱਜਣ, ਸੱਚਾ ਪਾਤਸ਼ਾਹ, ਸੱਜਣ ਦੇ ਨਾਣੇ ਨੂੰ ਔਂਕੜ ਆਈ, ਅਸੀਂ ਬੋਲਦੇ ਨਹੀਂ ਆ, ਮੈਨੇ ਇੱਕ ਸੱਜਣ, ਸੱਚਾ ਪਾਤਸ਼ਾਹ। ਇੱਥੇ ਪਾਤਸ਼ਾਹੋ ਕਿਉਂ ਕਹਿਣਾ? ਜੇ ਸੱਜਣ ਦੀ ਔਂਕੜ ਨਹੀਂ ਬੋਲੀ ਤੇ ਪਾਤਸ਼ਾਹੋ ਦੀ ਕਿਉਂ ਬੋਲਣੀ ਹੈ? ਇੱਥੇ ਵੀ ਪਾਤਸ਼ਾਹ, ਹਾਹੇ ਦੀ ਔਂਕੜ ਨਹੀਂ ਬੋਲੀ ਜਾਏਗੀ, ਕਿਉਂਕਿ ਇਸ ਔਂਕੜ ਦਾ ਮਤਲਬ ਹੈ ਇੱਕ ਪਾਤਸ਼ਾਹ। ਜਿਵੇਂ ਸੱਜਣ ਦੇ ਨਾਣੇ ਦੀ ਔਂਕੜ ਮੈਨੇ ਇੱਕ ਸੱਜਣ, ਅਸੀਂ ਸੱਜਣੋਂ ਨਹੀਂ ਕਿਹਾ, ਸੱਜਣ ਕਿਹਾ। ਇਸ ਤਰ੍ਹਾਂ ਪਾਤਸ਼ਾਹੋ ਨਹੀਂ ਕਹਿਣਾ, ਪਾਤਸ਼ਾਹ ਕਹਿਣਾ, ਇੱਕ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਇੱਕ ਸ਼ਾਹ। ਇਸੇ ਤਰ੍ਹਾਂ ਜਦੋਂ ਪਤੀ ਵਾਸਤੇ ਸ਼ਹਿ ਲਫ਼ਜ਼ ਆਉਂਦਾ ਹੈ, ਉਦੋਂ ਵੀ ਔਂਕੜ ਆ ਜਾਂਦੀ, ਉਦੋਂ ਵੀ ਨਹੀਂ ਬੁਲਾਈ ਜਾਂਦੀ, ਉਦੋਂ ਵੀ ਨਹੀਂ ਬੁਲਾਣੀ ਹੁੰਦੀ। ਗੁਰਬਾਣੀ 'ਚ ਬਹੁਤ ਥਾਵਾਂ ਦੇ ਉੱਪਰ ਸੱਸਾ ਹਾਹੇ ਨੂੰ ਔਂਕੜ ਆਇਆ, ਹਾਹੇ ਨੂੰ ਔਂਕੜ ਆਈ। ਜਿਵੇਂ ਅਸੀਂ ਪੜ੍ਹਦੇ ਹਾਂ, ਹਰ ਜਸ ਵੱਖਰ ਲੈ ਚਲੋ, ਸ਼ਹਿ ਦੇਖਿਆ ਪਤੀ ਆਏ। ਇੱਥੇ ਸ਼ਹੁ ਦੇਖਿਆ ਪਤੀ ਆਏ ਗਲਤ ਹੋ ਜਾਏਗਾ। ਹਾਹੇ ਨੂੰ ਔਂਕੜ ਤਾਂ ਲੱਗੀ ਹੈ ਕਿਉਂਕਿ ਸ਼ਹਿ ਇੱਕ ਹੈਗਾ, ਇੱਕ ਵਚਨ ਪਲਿੰਗ, ਤੇ ਉਹ ਔਂਕੜ ਬੋਲੀ ਨਹੀਂ ਜਾਏਗੀ। ਅਰਥਾਂ ਵਾਸਤੇ ਵੀ ਇੱਕ ਪਤੀ, ਸ਼ਹਿ ਦੇਖਿਆ ਪਤੀ ਆਏ, ਜਾਂ ਸ਼ਹਿ ਨੇੜੇ ਧਨ ਕਮਲੀਏ, ਬਾਹਰ ਕਿਆ ਢੂੰਡੇ। ਸ਼ਹਿ ਨੇੜੇ ਧਨ ਕਮਲੀਏ। ਹੁਣ ਇੱਥੇ ਵੀ ਸ਼ਹਿ ਦੇ ਹਾਹੇ ਨੂੰ ਔਂਕੜ ਆਈ, ਭਾਵ ਇੱਕ ਸ਼ਹਿ। ਜਿਵੇਂ ਅਸੀਂ ਪੜ੍ਹਦੇ ਹਾਂ, ਤਾਂ ਸੁਹਾਗਣ ਜਾਣੀਆਂ ਲਾਗੀ, ਜਾਂ ਸ਼ਹਿ ਧਰੇ ਪਿਆਰੋ। ਹੁਣ ਇੱਥੇ ਵੀ ਸ਼ਹਿ ਦੇ ਹਾਹੇ ਨੂੰ ਔਂਕੜ ਆ ਗਈ, ਇੱਕ ਸ਼ਹਿ। ਆਪ ਗਵਾਈਏ ਤਾਂ ਸ਼ਹਿ ਪਾਈਏ, ਇੱਕ ਸ਼ਹਿ ਦੀ ਗੱਲ ਹੈ, ਹਾਹੇ ਨੂੰ ਤਾਂ ਔਂਕੜ ਆਈ, ਤੇ ਸ਼ਹੁ ਨਹੀਂ ਪਾਠ ਕਰਨਾ, ਸ਼ਹਿ। ਮੰਝ ਕੁਚੱਜੀ ਅੰਮਾਵਨ ਡੋਸੜੇ, ਹੋਂ ਕਿਉਂ ਸ਼ਹਿ ਰਾਵਣ ਜਾਓ ਜੀਓ। ਜਾਂ ਅਸੀਂ ਪੜ੍ਹਦੇ ਹਾਂ, ਜੇ ਜਾਣਾ ਸ਼ਹਿ ਨੰਢੜਾ ਤਾਂ ਥੋੜਾ ਮਾਣ ਕਰੀ, ਉੱਥੇ ਸ਼ਹੁ ਪਾਠ ਗਲਤ ਹੋਏਗਾ, ਸ਼ਹਿ ਪਾਠ। ਇੱਕ ਪਤੀ ਦੀ ਗੱਲ ਹੈ। ਫਰੀਦਾ ਹੋਂ ਲੋੜੀ ਸ਼ਹਿ ਆਪਣਾ, ਤੂੰ ਲੋੜੇ ਅੰਗਿਆਰ, ਉੱਥੇ ਸ਼ਹਿ ਇੱਕ ਵਚਨ ਹੈ। ਜੇ ਇੱਥੇ 100 ਕਵਾਂਗੇ ਤੇ 100 ਹੁੰਦਾ ਸਹਾਰਨਾ, ਵੀ 100 ਵੇ ਜੀਆ ਆਪਣਾ ਕੀਆ, ਵੀ ਆਪਣਾ ਕੀਤਾ ਸਹਾਰ। ਜਾਂ ਆ ਗਿਆ 700 ਹਾਂ, ਉਸ ਪ੍ਰਭੂ ਦੀ ਆਗਿਆ ਸਹਾਰਦਾ ਹਾਂ, ਸੱਤ ਕਰਕੇ ਨਾ। ਹੁਣ ਕੀ ਹੈਗਾ, ਇੱਥੇ ਸ਼ਹਿ ਪਾਠ ਆਏਗਾ, ਜਿੱਥੇ ਅੱਗੇ ਆ ਗਿਆ ਸੰਬੰਧਕ ਕਾ ਕੇ ਕੀ,
ਉੱਥੇ ਹਾਹੇ ਦੀ ਔਂਕੜ ਉੱਡ ਗਈ। ਅਸੀਂ ਪੜ੍ਹਦੇ ਹਾਂ ਸ਼ਹਿ ਕੀ ਸਾਰ ਸੁਹਾਗਣ ਜਾਣੇ, ਉੱਥੇ ਸ਼ਹੁ ਕਿਉਂ ਨਹੀਂ ਆਇਆ? ਕਿਉਂਕਿ ਔਂਕੜ ਇੱਕ ਵਚਨ ਪੁਲਿੰਗ ਵਾਸਤੇ ਸੀ, ਉਚਾਰਨ ਵਾਸਤੇ ਨਹੀਂ ਸੀ। ਕੀ ਸੰਬੰਧਕ ਆ ਗਿਆ ਤੇ ਸ਼ਹਿ ਦੀ ਹਾਹੇ ਦੀ ਔਂਕੜ ਉੱਡ ਗਈ। ਸ਼ਹਿ ਕੀ ਸਾਰ ਸੁਹਾਗਣ ਜਾਣੇ। ਜਾਂ ਅਸੀਂ ਪੜ੍ਹਦੇ ਹਾਂ ਤਿਸ ਸ਼ਹਿ ਕੀ ਮੈਂ ਸਾਰ ਨਾ ਜਾਣੀ, ਉੱਥੇ ਸ਼ਹਿ ਕੀ, ਸ਼ਹਿ ਦੀ ਹਾਹੇ ਦੀ ਔਂਕੜ ਉੱਡ ਗਈ ਕਿਉਂਕਿ ਕੀ ਅੱਗੇ ਸੰਬੰਧਕ ਆ ਗਿਆ। ਸ਼ੁੱਧ ਉਚਾਰਨੇ ਦਾ ਸ਼ਹਿ ਹੈ, ਔਂਕੜ ਨਾਲ ਆਵੇ ਤਾਂ ਵੀ ਸ਼ਹਿ, ਸਿਹਾਰੀ ਨਾਲ ਆਵੇ ਤਾਂ ਵੀ ਸ਼ਹਿ, ਹਾਹਾ ਮੁਕਤਾ ਆਵੇ ਤਾਂ ਵੀ ਸ਼ਹਿ। ਜਿਵੇਂ ਅਸੀਂ ਜਪਜੀ ਸਾਹਿਬ ਦੀ ਸੰਥਿਆ ਚ ਕਰਕੇ ਗਏ ਹਾਂ ਕਿ ਰਾਹ ਇੱਕ ਹੈ ਤੇ ਉਹਨੂੰ ਰਾਹ ਪੜਨਾ ਹੈ, ਰਾਹੋ ਨਹੀਂ ਪੜਨਾ, ਉਹਨੂੰ ਪੜਨਾ ਹੈ ਰਾਹ। ਸੁਣਿਆ ਅੰਧੇ ਭਾਵੇਂ ਰਾਹ, ਹਾਹੇ ਦੀ ਔਂਕੜ ਮੈਨੇ ਇੱਕ ਰਾਹ। ਜੇ ਰਾਹ ਜ਼ਿਆਦਾ ਹੋਣ ਫਿਰ ਔਂਕੜ ਉੱਡ ਜਾਏਗੀ ਬਹੁਵਚਨ। ਰਾਹ ਦੋਵੇਂ ਖਸਮੇ ਕੋ ਜਾਣ, ਉੱਥੇ ਦੋ ਹੋ ਗਏ ਰਾਹ, ਹਾਹੇ ਦੀ ਔਂਕੜ ਉੱਡ ਗਈ। ਤੇ ਜਿੱਥੇ ਰਾਹ ਦੇ ਹਾਹੇ ਨੂੰ ਸਿਹਾਰੀ ਆ ਗਈ, ਮੈਨੇ ਰਾਹ ਵਿੱਚ ਇਹ ਤਰ੍ਹਾਂ ਪੱਤ ਪਬੜੀਆਂ, ਉੱਥੇ ਰਾਹ ਦੇ ਹਾਹੇ ਨੂੰ ਸਿਹਾਰੀ, ਮੈਨੇ ਰਾਹ ਵਿੱਚ। ਆਖਰੀ ਅੱਗਰ ਨੂੰ ਲੱਗੀ ਹੋਈ ਔਂਕੜ ਤੇ ਸਿਹਾਰੀ ਸਪੈਸ਼ਲ ਅਰਥ ਦਿੰਦੀ ਹੈ, ਵਿਸ਼ੇਸ਼ ਅਰਥ ਉਹਦੇ ਨਿਕਲ ਆਉਂਦੇ ਨੇ। ਇਸ ਕਰਕੇ ਸੱਸਾ ਹਾਹਾ ਜਿੱਥੇ ਮਾਲਕ ਵਾਸਤੇ ਆਇਆ, ਪਤੀ ਵਾਸਤੇ ਆਇਆ, ਉੱਥੇ ਸ਼ਹਿ ਪਾਠ ਕੀਤਾ ਜਾਏਗਾ, ਸਹਿ ਨਹੀਂ। ਸੱਸਾ ਹਾਹੇ ਨੂੰ ਔਂਕੜ ਜਿੱਥੇ ਸਹਾਰਨ ਵਾਸਤੇ ਗੱਲ, ਇੱਥੇ ਤੇ ਸੋ ਆ ਜਾਏਗਾ, ਸਹਾਰਨਾ ਉੱਥੇ ਕਿਰਿਆ ਹੈਗੀ ਹੈ। ਜਿੱਥੇ ਨਾਉ ਆ ਗਿਆ ਪਤੀ ਸ਼ਹਿ, ਉੱਥੇ ਸ਼ਹੁ ਪਾਠ ਕਰਨਾ ਗਲਤ ਹੈ, ਸ਼ਹਿ। ਇੱਥੇ ਕੁਝ ਲੋਕ ਆਖਦੇ ਨੇ ਸ਼ਹਿ ਦਾ ਅਰਥ ਹੁੰਦਾ ਚੀਜ਼ ਵੀ, ਫਲਾਣੀ ਸ਼ਹਿ ਮੈਨੂੰ ਫੜਾ ਦਿਓ। ਉਸ ਸ਼ਹਿ ਦਾ ਜਿਹੜਾ ਲਿਖਣ ਦੀ ਸ਼ੈਲੀ ਹੈ ਉਹ ਸ਼ੱਸ਼ੇ ਨੂੰ ਦਲਾਵਾਂ ਤੇ ਅੱਗੇ ਐੜਾ ਹੈ ਸ਼ਹਿ, ਮੈਨੇ ਚੀਜ਼। ਤੇ ਚੀਜ਼ ਬਾਰੇ ਸ਼ਹਿ ਗੁਰਬਾਣੀ ਚ ਕਿਤੇ ਨਹੀਂ ਆਇਆ। ਚੀਜ਼ ਬਾਰੇ ਲਫ਼ਜ਼ ਆਇਆ ਵਸਤ ਜਾਂ ਬਸਤ ਜਾਂ ਵੱਥ, ਇਹੋ ਜਿਹੇ ਲਫ਼ਜ਼ ਆਏ। ਜਿੱਥੇ ਸ਼ੱਸ਼ਾ ਤੇ ਹਾਹਾ ਆਇਆ, ਭਾਵੇਂ ਔਂਕੜ ਨਾਲ, ਭਾਵੇਂ ਮੁਕਤੇ ਨਾਲ, ਭਾਵੇਂ ਸੈਰੀ ਨਾਲ, ਪਤੀ ਵਾਸਤੇ, ਉੱਥੇ ਉਹਨੂੰ ਸ਼ਹਿ ਉਹਦਾ ਪਾਠ ਕੀਤਾ ਜਾਵੇਗਾ। ਸ਼ਹਿ ਟਿੱਕਾ ਦਿਤੋਸ ਜੀਵਦੈ। ਹੋਈਆਂ ਬੇਅੰਤ ਭੁੱਲਾਂ ਖਿਮਾ। ਰੋਜ਼ਾਨਾ ਅਸੀਂ ਇੱਕ ਪੌੜੀ ਦਾ ਜਿੱਥੇ ਸ਼ੁੱਧ ਉਚਾਰਨ ਦੇਖਾਂਗੇ, ਨਾਲ ਉਹਦੇ ਵਿਆਕਰਨਿਕ ਰੂਪ ਵਿੱਚ ਅਰਥਾਂ ਦੇ ਵੀ ਵਿਚਾਰ ਕਰਾਂਗੇ। ਔਰ ਆਪ ਜੀ ਜੇ ਕੋਈ ਸਵਾਲ ਹੋਵੇ ਸੰਥਿਆ ਤੇ ਵਿਚਾਰ ਦੇ ਪ੍ਰਤੀ, ਵਿਆਕਰਨ ਪ੍ਰਤੀ, ਉਚਾਰਨ ਪ੍ਰਤੀ, ਤੇ ਜ਼ਰੂਰ ਮੈਨੂੰ ਦੱਸੋ ਜੀ, ਅਸੀਂ ਵਿਚਾਰ ਕਰ ਲਵਾਂਗੇ ਜੀ। ਹੋਈਆਂ ਭੁੱਲਾਂ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।